ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਅਮਰੀਕਾ ਹਵਾਈ ਪੂਰੀ ਤਰ੍ਹਾਂ ਟੀਕੇ ਲੱਗੇ ਯਾਤਰੀਆਂ ਨੂੰ ਦੇਵੇਗਾ ਟੈਸਟਿੰਗ ਅਤੇ ਕੁਆਰੰਟਾਈਨ ਤੋਂ ਰਾਹਤ। ਬਾਈਡਨ ਨੇ ਗਨੀ ਤੇ ਅਬਦੁੱਲਾ ਨਾਲ ਕੀਤੀ ਮੁਲਾਕਾਤ। ਤਾਲਿਬਾਨ ਨਾਲ ਗੱਲਬਾਤ ਰੱਖੀ ਜਾਰੀ। ਅਮਰੀਕਾ ਦੀ ਸਰਹੱਦ ਤੇ ਪਹੁੰਚ ਕੇ ਖੁਸ਼ ਹਾਂ ਕਮਲਾ ਹੈਰਿਸ। ਜੋ ਬਾਈਡਨ ਨੇ ਮਿਆਮੀ ਵਿੱਚ ਇਮਾਰਤ ਦੇ ਢਹਿਣ ਕਰਕੇ ਸਹਾਇਤਾ ਲਈ ਕੀਤੀ ਫਲੋਰੀਡਾ ਐਮਰਜੈਂਸੀ ਦੀ ਘੋਸ਼ਣਾ। ਅਮਰੀਕਾ 'ਚ 2 ਲੱਖ ਭਾਰਤੀ ਨੌਜਵਾਨਾਂ ਤੇ ਲਟਕੀ ਹਵਾਲਗੀ ਦੀ ਤਲਵਾਰ। UK ਵੱਲੋਂ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਤਹਿਤ ਟ੍ਰੈਫਿਕ ਲਾਈਟ ਪ੍ਰਣਾਲੀ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਸਟੇਟ ਹਵਾਈ ਅਗਲੇ ਤਕਰੀਬਨ 2 ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲੱਗੇ ਹੋਏ ਘਰੇਲੂ ਯਾਤਰੂਆਂ ਨੂੰ ਆਪਣੇ ਟੈਸਟਿੰਗ ਅਤੇ ਕੁਆਰੰਟਾਈਨ ਨਿਯਮਾਂ ਤੋਂ ਰਾਹਤ ਦੇਵੇਗੀ। ਇਸ ਸੰਬੰਧੀ ਗਵਰਨਰ ਡੇਵਿਡ ਈਗੇ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਸਟੇਟ 8 ਜੁਲਾਈ ਨੂੰ ਪੂਰੀ ਤਰ੍ਹਾਂ ਟੀਕੇ ਲੱਗੇ ਹੋਏ ਅਮਰੀਕੀ ਯਾਤਰੀਆਂ ਲਈ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗੀ। ਇਸ ਛੋਟ ਤਹਿਤ ਯਾਤਰੀਆਂ ਨੂੰ ਆਪਣੇ ਟੀਕਾਕਰਨ ਦੇ ਕਾਰਡਾਂ ਨੂੰ ਰਾਜ ਦੀ ਵੈਬਸਾਈਟ ਤੇ ਅਪਲੋਡ ਕਰਨ ਦੇ ਨਾਲ ਯਾਤਰਾ ਦੌਰਾਨ ਇੱਕ ਹਾਰਡ ਕਾਪੀ ਲਿਆਉਣਾ ਵੀ ਜ਼ਰੂਰੀ ਹੋਵੇਗਾ। ਹਵਾਈ ਦੇ ਗਵਰਨਰ ਅਨੁਸਾਰ ਸੂਬੇ ਵਿੱਚ ਉਸ ਸਮੇਂ ਤੱਕ ਟੀਕਾਕਰਨ ਦੀ ਦਰ 60% ਤੱਕ ਪਹੁੰਚਣ ਦੀ ਉਮੀਦ ਹੈ। ਹਵਾਈ ਨੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 에ਅਰਲਾਈਨ ਦੀਆਂ ਟਿਕਟਾਂ ਅਤੇ ਰੈਸਟੋਰੈਂਟਾਂ ਵਿੱਚ ਛੋਟ ਦੇ ਐਲਾਨ ਕੀਤੇ। ਇਸ ਦੇ ਇਲਾਵਾ ਰੈਸਟੋਰੈਂਟ 8 ਜੁਲਾਈ ਨੂੰ ਆਪਣੀ ਸਮਰੱਥਾ ਦੇ 75% ਤੱਕ ਬੈਠ ਸਕਣਗੇ। ਹਾਲਾਂਕਿ ਟੇਬਲਾਂ ਵਿਚਕਾਰ ਸਮਾਜਿਕ ਦੂਰੀ ਨਿਯਮ ਬਣੇ ਰਹਿਣਗੇ ਅਤੇ ਘਰ ਦੇ ਅੰਦਰ ਇਕੱਠੇ ਹੋਣ ਤੇ ਲੋਕਾਂ ਨੂੰ ਅਜੇ ਵੀ ਮਾਸਕ ਪਹਿਨਣੇ ਪੈਣਗੇ, ਜਦਕਿ ਬਾਹਰ ਮਾਸਕ ਜ਼ਰੂਰੀ ਨਹੀਂ। ਹਵਾਈ ਵਿੱਚ ਟੀਕਾਕਰਨ ਦੀ ਦਰ 70% ਤੱਕ ਪਹੁੰਚਣ ਤੇ ਮਹਾਮਾਰੀ ਨਾਲ ਸੰਬੰਧਿਤ ਸਾਰੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਨੇ। ਹਾਲਾਂਕਿ ਯਾਤਰਾ ਦੌਰਾਨ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਾਇਆ ਉਹਨਾਂ ਨੂੰ ਹਵਾਈ ਯਾਤਰਾ ਕਰਨ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਲੋੜ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਹਵਾਈ ਵਿੱਚ ਕੋਵਿਡ-19 ਦੀ ਲਾਗ ਅਤੇ ਮੌਤ ਦੀ ਦਰ ਸਭ ਤੋਂ ਘੱਟ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤੇ ਉਹਨਾਂ ਦੇ ਸਾਬਕਾ ਮੁਕਾਬਲੇਬਾਜ਼ ਅਬਦੁੱਲਾ ਨਾਲ ਮੁਲਾਕਾਤ ਕੀਤੀ। 20 ਸਾਲਾਂ ਦੀ ਜੰਗ ਤੋਂ ਬਾਅਦ ਅਮਰੀਕੀ ਫੌਜ ਬਲਾਂ ਦੀ ਵਾਪਸੀ ਦਾ ਰਾਹ ਖੁੱਲ੍ਹਦਾ ਦੇਖ ਕੇ ਅਮਰੀਕਾ ਨੇ ਖੁੱਲ੍ਹ ਕੇ ਅਫਗਾਨਿਸਤਾਨ ਸਰਕਾਰ ਦਾ ਸਾਥ ਦਿੰਦੇ ਹੋਏ ਬਾਗੀ ਸੰਗਠਨ ਤਾਲਿਬਾਨ ਨਾਲ ਗੱਲਬਾਤ ਜਾਰੀ ਰੱਖਣ ਦੀ ਭਰਪੂਰ ਕੋਸ਼ਿਸ਼ ਜਾਰੀ ਰੱਖੀ ਹੈ। ਅਮਰੀਕੀ ਰਾਸ਼ਟਰਪਤੀ ਦੇ ਓਵਲ ਆਫਿਸ ਵਿੱਚ ਹੋਈ ਬੈਠਕ ਸੰਭਵ ਹੈ ਗਨੀ ਲਈ ਸੰਕੇਤਕ ਰੂਪ ਤੋਂ ਬੇहद ਅਹਿਮ ਰਹੀ ਹੋਵੇਗੀ। ਅਮਰੀਕਾ ਉਹਨਾਂ ਦੀ ਮਦਦ ਕਰ ਰਿਹਾ ਹੈ ਕਿਉਂਕਿ ਉਹ ਤਾਲਿਬਾਨ ਨਾਲ ਲੜਾਈ 'ਚ ਬੜਤ ਲੈ ਰਹੇ ਹਨ। ਬਾਈਡਨ, ਗਨੀ ਤੇ ਅਬਦੁੱਲਾ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ। ਕਾਬੁਲ 'ਚ ਅਮਰੀਕੀ ਰਾਜਦੂਤ ਰੋਨਾਲਡ ਨਿਊਮੈਨ ਨੇ ਕਿਹਾ ਕਿ ਗਨੀ ਨੂੰ ਸੱਦਾ ਦੇਣ ਦਾ ਅਰਥ ਇਹ ਹੈ ਕਿ ਅਮਰੀਕਾ ਅਜੇ ਵੀ ਉਹਨਾਂ ਦੀ ਮਦਦ ਕਰਨ ਲਈ ਸਰਗਰਮ ਹੈ। ਜ਼ਿਕਰਯੋਗ ਹੈ ਕਿ ਬਾਈਡਨ ਨੇ ਅਮਰੀਕੀ ਕਾਂਗਰਸ ਤੋਂ $3.3 ਅਰਬ ਅਫਗਾਨਿਸਤਾਨ ਲਈ ਮਨਜ਼ੂਰ ਕਰਵਾਏ ਸਨ ਤਾਂ ਜੋ 30 ਲੱਖ ਵੈਕਸੀਨ ਦੀਆਂ ਖੁਰਾਕਾਂ ਉਸ ਨੂੰ ਪਹੁੰਚਾਈਆਂ ਜਾ ਸਕਣ। ਪੈਰਿਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਇਸ ਗੱਲ ਦਾ ਅਨੁਮਾਨ ਲਗਾ ਰਿਹਾ ਹੈ ਕਿ ਕੀ ਤਾਲਿਬਾਨ ਅਫਗਾਨਿਸਤਾਨ ਵਿੱਚ ਜੰਗ ਖਤਮ ਕਰਨ ਲਈ ਕਾਲਾ ਹੈ। ਉਪ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਕਮਲਾ ਹੈਰਿਸ ਨੂੰ ਅਮਰੀਕਾ ਮੈਕਸੀਕੋ ਸਰਹੱਦ ਦੇ ਦੌਰੇ ਤੇ ਸਿਆਸੀ ਤੌਰ ਤੇ ਸਭ ਤੋਂ ਵੱਧ ਚੁਣੌਤੀਪੂਰਨ ਪਲਾਂ ਦਾ ਸਾਹਮਣਾ ਕਰਨਾ ਪਿਆ। ਇਸ ਖੇਤਰ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਵਾਸ ਦੇ ਮੁੱਦੇ ਤੇ ਬਾਈਡਨ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਨੂੰ ਜ਼ਾਹਿਰ ਕਰਨ ਲਈ ਉਹਨਾਂ ਨੇ ਆਪਣੀ ਮੋਹਰੀ ਭੂਮਿਕਾ ਨਿਭਾਉਣੀ ਹੈ। ਇਸੇ ਦੌਰਾਨ ਐਲ ਪਾਸੋ ਪਹੁੰਚਣ ਤੇ ਹੈਰਿਸ ਨੇ ਕਿਹਾ ਕਿ ਉਹ ਇੱਥੇ ਪਹੁੰਚ ਕੇ ਬਹੁਤ ਖੁਸ਼ ਹਨ। ਉਹਨਾਂ ਨੇ ਕਿਹਾ, ਇੱਥੇ ਆਉਣ ਦੀ ਹਮੇਸ਼ਾ ਤੋਂ ਯੋਜਨਾ ਸੀ ਅਤੇ ਮੈਂ ਸੋਚਦੀ ਹਾਂ ਕਿ ਇਹ ਸਾਡੇ ਲਈ ਇੱਕ ਵਧੀਆ ਤੇ ਨਤੀਜਿਆਂ ਭਰਿਆ ਦਿਨ ਰਹੇਗਾ। ਉਹਨਾਂ ਦੇ ਇਸ ਦੌਰੇ ਦੌਰਾਨ ਉਹਨਾਂ ਵੱਲੋਂ ਕਸਟਮ ਤੇ ਸੀਮਾ ਸੁਰੱਖਿਆ ਪ੍ਰੋਸੈਸਿੰਗ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਏਜੰਟਾਂ ਨਾਲ ਗੱਲਬਾਤ ਕੀਤੀ ਕਿ ਉਹ ਪ੍ਰਵਾਸੀਆਂ ਲਈ ਤਕਨਾਲੋਜੀ ਦਾ ਕਿਵੇਂ ਇਸਤੇਮਾਲ ਕਰ ਰਹੇ ਹਨ। ਇਸ ਦੌਰਾਨ ਉਹਨਾਂ ਧਾਰਮਿਕ ਸੰਸਥਾਵਾਂ ਤੇ ਪੈਰੋਕਾਰਾਂ ਅਤੇ ਆਸਰਾ ਤੇ ਕਾਨੂੰਨ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨਾਲ ਗੱਲਬਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਦੇ ਦੌਰੇ ਤੇ ਇਨਕਾਰ ਕਰਕੇ ਉਪ ਰਾਸ਼ਟਰਪਤੀ ਮਹੀਨਿਆਂ ਤੋਂ ਦੋਵੇਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਸਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਹੈਰਿਸ ਤੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸਰਹੱਦ ਦਾ ਦੌਰਾ ਨਾ ਕੀਤੇ ਜਾਣ ਦੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ
सीमा सुरक्षा ਲਈ ਪ੍ਰਸ਼ਾਸਨ ਨੂੰ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ 2022 ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਲਈ ਡੈਮੋਕ੍ਰੇਟ ਖਿਲਾਫ ਆਪਣੇ ਸਿਆਸੀ ਹਥਿਆਰ ਨੂੰ ਧਾਰ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਰਿਪਬਲਿਕਨ ਸੰਸਦ ਮੈਂਬਰ ਬਾਈਡਨ ਪ੍ਰਸ਼ਾਸਨ ਤੇ ਹਮਲੇ ਤੇਜ਼ ਕਰਨ ਲਈ ਉਪ ਰਾਸ਼ਟਰਪਤੀ ਦੌਰੇ ਤੇ ਅੱਖ ਰੱਖ ਰਹੇ ਹਨ। ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਹੱਦ ਦਾ ਕਈ ਵਾਰ ਦੌਰਾ ਕੀਤਾ ਹੈ, ਪਰ ਬਾਈਡਨ ਤੇ ਹੈਰਿਸ ਦੀ ਗੈਰ ਹਾਜ਼ਰੀ ਨੇ ਕੁਝ ਡੈਮੋਕ੍ਰੇਟ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਨਾਲ ਪਹਿਲਾਂ ਹੀ ਨੁਕਸਾਨ ਹੋ ਚੁੱਕਿਆ ਹੈ। ਅਮਰੀਕਾ ਵਿੱਚ ਇੱਕ ਰਿਹਾਇਸ਼ੀ ਇਮਾਰਤ ਤੇ ਢਹਿ ਜਾਣ ਨਾਲ ਰਾਸ਼ਟਰਪਤੀ ਜੋ ਬਾਈਡਨ ਦੇ ਦੁਆਰਾ ਸ਼ੁੱਕਰਵਾਰ ਸਵੇਰੇ ਫਲੋਰੀਡਾ ਦੀ ਐਮਰਜੈਂਸੀ ਘੋਸ਼ਣਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਇਮਾਰਤ ਦੇ ਢਹਿਣ ਤੋਂ ਬਾਅਦ ਘੱਟੋ-ਘੱਟ 4 ਮੌਤਾਂ ਤੇ ਤਕਰੀਬਨ 150 ਲੋਕ ਲਾਪਤਾ ਹਨ। ਸ਼ੁੱਕਰਵਾਰ ਸਵੇਰੇ 1 ਵਜੇ ਦੇ ਕਰੀਬ ਜਾਰੀ ਕੀਤੇ ਗਏ ਵਾਈਟ ਹਾਊਸ ਦੇ ਇੱਕ ਬਿਆਨ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਇਸ ਘਟਨਾ ਲਈ ਬਚਾਅ ਦੇ ਸਾਰੇ ਐਮਰਜੈਂਸੀ ਯਤਨ ਕਰਨ ਦਾ ਅਧਿਕਾਰ ਦਿੱਤਾ, ਜਿਸ ਵਿੱਚ ਮਲਬੇ ਨੂੰ ਹਟਾਉਣਾ ਵੀ ਸ਼ਾਮਲ ਹੈ। ਵਾਈਟ ਹਾਊਸ ਦਾ ਬਿਆਨ ਮਿਆਮੀ-ਡੇਡ ਕਾਉਂਟੀ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਇੱਕ ਪਾਸੇ ਤੇ ਢਹਿ ਜਾਣ ਦੇ ਕੁਝ ਘੰਟਿਆਂ ਬਾਅਦ ਜਾਰੀ ਕੀਤਾ ਗਿਆ, ਜਿਸ ਵਿੱਚ ਘੱਟੋ-ਘੱਟ 3 ਦੀ ਮੌਤ ਹੋ ਗਈ ਅਤੇ ਦਰਜਨਾਂ ਮਲਬੇ ਦੇ ਹੇਠ ਦੱਬੇ ਗਏ। ਅਧਿਕਾਰੀ ਇਸ ਇਮਾਰਤ ਦੇ ਢਹਿਣ ਦੀ ਜਾਂਚ ਕਰ ਰਹੇ ਨੇ ਤੇ ਬਚਾਅ ਕਾਰਜ ਜਾਰੀ ਹਨ। ਮਿਆਮੀ-ਡੇਡ ਫਾਇਰ ਅਧਿਕਾਰੀਆਂ ਅਨੁਸਾਰ ਹੁਣ ਤੱਕ 35 ਇਮਾਰਤ ਵਿੱਚ ਫਸੇ ਅਤੇ 2 ਹੋਰ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਅਮਰੀਕਾ ਵਿੱਚ 2 ਲੱਖ ਭਾਰਤੀ ਨੌਜਵਾਨਾਂ ਤੇ ਹਵਾਲਗੀ ਦੀ ਤਲਵਾਰ ਲਟਕੀ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਤੇ ਵੀਜ਼ਾ ਤੇ ਰਹਿ ਰਹੇ ਨੇ। ਉੱਥੇ ਹੁਣ ਉਹਨਾਂ ਨੂੰ ਗ੍ਰੀਨ ਕਾਰਡ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਅਜਿਹੇ ਵਿੱਚ ਪ੍ਰਤੀਨਿਧੀ ਮੰਡਲ ਨੇ ਵਾਈਟ ਹਾਊਸ ਪਹੁੰਚ ਕੇ ਸੰਸਦ ਮੈਂਬਰਾਂ ਤੇ ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨੌਜਵਾਨ ਵਰਗ ਨੇ ਅਪੀਲ ਕੀਤੀ ਕਿ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਦਿੱਤਾ ਜਾਵੇ। ਇਹ ਉਹ ਨੌਜਵਾਨ ਹਨ ਜੋ ਬਚਪਨ ਅਤੇ ਬਾਲਗ ਅਵਸਥਾ ਵਿੱਚ ਅਮਰੀਕਾ ਵਿੱਚ ਰਹੇ ਅਤੇ ਇਹਨਾਂ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਨੌਜਵਾਨਾਂ ਦਾ ਪ੍ਰਤੀਮੰਡਲ ਵਾਈਟ ਹਾਊਸ ਪਹੁੰਚਿਆ, ਜਿਸ ਨੂੰ ਦੇਖ ਕੇ ਸੰਸਦ ਮੈਂਬਰ ਹੈਰਾਨ ਰਹਿ ਗਏ। ਸਮੁੱਚੇ ਅਮਰੀਕਾ ਵਿੱਚ ਹਵਾਲਗੀ ਦੇ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਇਹਨਾਂ ਨੌਜਵਾਨਾਂ ਦੀ ਇੱਕੋ ਹੀ ਅਪੀਲ ਹੈ ਕਿ ਸਾਡੀ ਹਵਾਲਗੀ ਨਾ ਕੀਤੀ ਜਾਵੇ। ਇਹਨਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਸਬਰ ਰੱਖਣ ਨੂੰ ਕਿਹਾ ਗਿਆ। ਨਾਲ ਹੀ ਇਹਨਾਂ ਨੌਜਵਾਨਾਂ ਦੀ ਹਿੰਮਤ ਅਤੇ ਕੋਸ਼ਿਸ਼ ਦੀ ਸ਼ਲਾਘਾ ਵੀ ਸੰਸਦ ਮੈਂਬਰਾਂ ਨੇ ਕੀਤੀ। ਯੂਕੇ 'ਚ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਤਹਿਤ ਟ੍ਰੈਫਿਕ ਲਾਈਟ ਪ੍ਰਣਾਲੀ ਸ਼ੁਰੂ ਕੀਤੀ ਗਈ, ਜਿਸ ਵਿੱਚ ਦੇਸ਼ ਨੂੰ ਵਾਇਰਸ ਦੀ ਲਾਗ ਦਰ ਦੇ ਹਿਸਾਬ ਨਾਲ ਹਰੀ, ਅੰਬਰ ਅਤੇ ਲਾਲ ਸੂਚੀ ਵਿੱਚ ਵੰਡਿਆ ਗਿਆ। ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਯੂਕੇ ਸਰਕਾਰ ਨੇ ਆਪਣੀ ਟ੍ਰੈਫਿਕ ਲਾਈਟ ਪ੍ਰਣਾਲੀ ਨੂੰ ਅਪਡੇਟ ਕੀਤਾ, ਜਿਸ ਵਿੱਚ ਇਬੀਜ਼ਾ, ਮੈਲੋਰਕਾ, ਮੇਨੋਰਕਾ ਅਤੇ ਮਦੀਰਾ ਆਦਿ ਸ਼ਾਮਲ ਹਨ। 8 ਜੂਨ ਨੂੰ ਟ੍ਰੈਫਿਕ ਲਾਈਟ ਪ੍ਰਣਾਲੀ ਦੇ ਆਖਰੀ ਅਪਡੇਟ ਤੋਂ ਬਾਅਦ ਪੁਰਤਗਾਲ ਨੂੰ ਹਰੀ ਤੋਂ ਅੰਬਰ ਸੂਚੀ ਵਿੱਚ ਤਬਦੀਲ ਕਰ ਦਿੱਤਾ ਸੀ, ਪਰ ਹੁਣ ਇੰਗਲੈਂਡ ਦੇ ਲੋਕ ਕੁਝ ਵਧੇਰੇ ਆਮ ਯਾਤਰੀ ਗਰਮ ਸਥਾਨਾਂ ਤੇ ਜਾ ਸਕਣਗੇ। ਲਗਭਗ 20 ਦੇਸ਼ਾਂ ਅਤੇ ਪ੍ਰਸਿੱਧ ਸਥਾਨਾਂ ਨੂੰ ਵੀਰਵਾਰ ਰਾਤ ਨੂੰ ਅੰਬਰ ਤੋਂ ਹਰੀ ਸੂਚੀ 'ਚ ਭੇਜਿਆ ਗਿਆ। ਸਰਕਾਰ ਵੱਲੋਂ ਕਿਸੇ ਦੇਸ਼ ਦੀ ਟੀਕਾਕਰਨ ਦਰ, ਲਾਗ ਦੀ ਦਰ, ਵਾਇਰਸ ਦੇ ਰੂਪਾਂ ਦਾ ਪ੍ਰਸਾਦ ਆਦਿ ਵੇਖ ਕੇ ਟ੍ਰੈਫਿਕ ਲਾਈਟ ਪ੍ਰਣਾਲੀ ਅਪਡੇਟ ਕੀਤੀ ਜਾਂਦੀ ਹੈ। ਇੰਗਲੈਂਡ ਦੇ ਲੋਕ ਹੁਣ ਹਰੀ ਸੂਚੀ ਵਾਲੇ ਦੇਸ਼ਾਂ ਐਂਗੁਇਲਾ, ਐਂਟੀਗੁਆ ਅਤੇ ਬਾਰਬੁਡਾ, ਬਲੇਅਰਿਕ ਟਾਪੂ, ਮੇਨੋਰਕਾ, ਇਬਜ਼ਾ, ਬਾਰਬਡੋਸ, ਬਰਮੂਡਾ, ਬ੍ਰਿਟਿਸ਼ ਅੰਟਾਰਕਟਿਕਾ ਪ੍ਰਦੇਸ਼, ਬ੍ਰਿਟਿਸ਼ ਹਿੰਦ ਮਹਾਸਾਗਰ ਪ੍ਰਦੇਸ਼, ਬ੍ਰਿਟਿਸ਼ ਵਰਜਨ ਆਈਸਲੈਂਡ, ਕੈਮੇਨ ਆਈਸਲੈਂਡ, ਡੋਮਿਨਿਕਾ, ਗ੍ਰੇਨਾਡਾ, ਮੇਡੇਰੀਆ ਆਦਿ ਸਥਾਨਾਂ ਤੇ ਵਾਪਸੀ ਦੌਰਾਨ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਜਾ ਸਕਦੇ ਨੇ। ਕਿਸੇ ਵੀ ਹਰੀ ਸੂਚੀ ਵਾਲੇ ਦੇਸ਼ ਨੂੰ ਅੰਬਰ ਸੂਚੀ ਵਿੱਚ ਨਹੀਂ ਛੱਡਿਆ ਗਿਆ, ਪਰ ਇਜ਼ਰਾਈਲ ਅਤੇ ਯਰੂਸ਼ਲਮ ਨੂੰ ਨਿਗਰਾਨੀ ਵਾਲੀ ਹਰੀ ਸੂਚੀ 'ਚ ਭੇਜਿਆ ਗਿਆ। ਕੋਰੋਨਾ ਵਾਇਰਸ ਨਾਲ ਪੂਰਬੀ ਏਸ਼ੀਆ ਵਿੱਚ ਮਹਾਮਾਰੀ ਫੈਲਣ ਦਾ ਇਤਿਹਾਸ 20,000 ਸਾਲ ਪੁਰਾਣਾ ਹੈ, ਪਰ ਇਸ ਵਾਰ ਜਿਵੇਂ ਵਾਇਰਸ ਦੀ ਇਨਫੈਕਸ਼ਨ ਪਹਿਲਾਂ ਕਦੀ ਨਹੀਂ ਹੋਈ, ਨਾ ਹੀ ਕੋਰੋਨਾ ਵਾਇਰਸ ਨੇ ਇਸ ਤਰ੍ਹਾਂ ਨਾਲ ਆਪਣੇ ਰੂਪ ਬਦਲੇ। ਵਾਇਰਸ ਦੇ ਪ੍ਰਤੀਰੂਪ ਬਣਾਉਣ ਨਾਲ ਸ਼ੱਕ ਹੋ ਰਿਹਾ ਹੈ ਕਿ ਇਸ ਨੂੰ ਮਨੁੱਖ ਲਈ ਵਧੇਰੇ ਮਾਰੂ ਬਣਾਉਣ ਦਾ ਤਜਰਬਾ ਚੀਨ ਦੇ ਵੁਹਾਨ ਵਾਇਰੋਲੋਜੀ ਇੰਸਟੀਚਿਊਟ 'ਚ ਹੋਇਆ ਤੇ ਉੱਥੋਂ ਹੀ ਇਹ ਵਾਇਰਸ ਬਾਹਰ ਨਿਕਲ ਕੇ ਤਬਾਹੀ ਮਚਾ ਰਿਹਾ ਹੈ। ਅਮਰੀਕਾ ਤੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ 'ਚ ਪ੍ਰਾਚੀਨ ਮਨੁੱਖੀ ਜੀਨ ਸੰਰਚਨਾ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਮੌਜੂਦਾ ਚੀਨ, ਜਾਪਾਨ, ਮੰਗੋਲੀਆ, ਉੱਤਰੀ ਕੋਰੀਆ, ਦੱਖਣੀ ਕੋਰੀਆ ਤੇ ਤਾਇਵਾਨ ਦੇ ਇਲਾਕੇ 'ਚ ਕੋਵਿਡ-19 ਵਰਗੀ ਮਹਾਮਾਰੀ 20,000 ਸਾਲ ਪਹਿਲਾਂ ਵੀ ਆਈ ਸੀ, ਪਰ ਇਹ ਇੱਕ ਵਾਰ ਆ ਕੇ ਖਤਮ ਹੋ ਗਈ। ਬੀਤੇ 20 ਸਾਲਾਂ 'ਚ ਵੀ ਕੋਰੋਨਾ ਵਾਇਰਸ 3 ਵਾਰ ਆਇਆ ਮਹਾਮਾਰੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਫੈਲੂ ਸਾਰਸ ਕੋਰੋਨਾ ਵਾਇਰਸ ਨਾਲ ਸਾਹ ਤੰਤਰ ਨੂੰ ਗੰਭੀਰ ਨੁਕਸਾਨ ਹੋਇਆ ਸੀ। 20,000 ਸਾਲ ਪਹਿਲਾਂ ਕੋਰੋਨਾ ਵਾਇਰਸ ਕਾਰਨ ਹੋਈ ਤਬਾਹੀ ਬਾਰੇ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ, ਯੂਨੀਵਰਸਿਟੀ ਆਫ ਐਡੀਲੈਂਡ, ਯੂਨੀਵਰਸਿਟੀ ਆਫ
ਕੈਲੀਫੋਰਨੀਆ, ਸਾਨ ਫਰਾਂਸਿਸਕੋ ਤੇ ਯੂਨੀਵਰਸਿਟੀ ਆਫ ਐਰੀਜ਼ੋਨਾ ਨੇ ਅਧਿਐਨ ਕੀਤਾ। ਇਹ ਅਧਿਐਨ ਕਰੰਟ ਬਾਇਓਲੋਜੀ ਨਾਂ ਦੇ ਜਰਨਲ 'ਚ ਪ੍ਰਕਾਸ਼ਿਤ ਹੋਇਆ। ਵਿਗਿਆਨੀ ਦਲ ਨੇ 2500 ਤੋਂ ਵੱਧ ਮਨੁੱਖੀ ਜੀਨੋਮਾਂ ਦਾ ਅਧਿਐਨ ਕੀਤਾ। ਇਹ ਜੀਨੋਮ ਦੁਨੀਆ ਦੇ 26 ਭੂ-ਭਾਗਾਂ ਤੋਂ ਇਕੱਠੇ ਕੀਤੇ ਗਏ। ਇਹਨਾਂ ਸਾਰਿਆਂ ਤੇ ਕੋਰੋਨਾ ਵਾਇਰਸ ਨਾਲ ਫੈਲੀ ਬਿਮਾਰੀ ਦਾ ਅਧਿਐਨ ਕੀਤਾ ਗਿਆ। ਅਮਰੀਕੀ ਸਰਕਾਰ ਨੇ 5 ਚੀਨ ਕੰਪਨੀਆਂ ਨੂੰ ਨਿਰਯਾਤ ਪਾਬੰਦੀ ਸੂਚੀ ਵਿੱਚ ਜੋੜਿਆ, ਜਿਸ ਦੇ ਬਾਅਦ ਉਹਨਾਂ ਨੂੰ ਅਮਰੀਕਾ ਤੋਂ ਕਿਸੇ ਉਤਪਾਦ ਦਾ ਨਿਰਯਾਤ ਨਹੀਂ ਕੀਤਾ ਜਾਏਗਾ। ਵਣਜ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਇੱਕ ਦਸਤਾਵੇਜ਼ ਵਿੱਚ ਕਿਹਾ ਕਿ ਐਂਡ ਯੂਜ਼ਰ ਰਿਵਿਊ ਕਮੇਟੀ ਤੇ ਨਿਰਧਾਰਿਤ ਕੀਤਾ ਹੈ ਕਿ ਜਿਨਜਿਆਂਗ GCL New Energy Material Technology Company Limited, Xinjiang Daqo New Energy Company Limited, Xinjiang East Hope Non-Ferrous Metals Company Limited, Hoshine ਸਿਲੀਕਾਨ ਇੰਡਸਟਰੀ ਕੰਪਨੀ ਲਿਮਟਿਡ ਅਤੇ ਜਿਨਜਿਆਂਗ ਪ੍ਰੋਡਕਸ਼ਨ ਐਂਡ ਕੰਸਟਰਕਸ਼ਨ ਕਾਰਪ ਜ਼ਬਰੀ ਮਜ਼ਦੂਰੀ ਨੂੰ ਸਵੀਕਾਰਨ ਜਾਂ ਇਸਤੇਮਾਲ ਕਰਕੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਕੰਮ ਵਿੱਚ ਸ਼ਾਮਲ ਹੈ। ਵਪਾਰ, ਰਾਜ ਰੱਖਿਆ, ਊਰਜਾ ਅਤੇ ਖਜ਼ਾਨਾ ਵਿਭਾਗ ਦੇ ਪ੍ਰਤੀਨਿਧੀਆਂ ਨਾਲ ਬਣੀ ਐਂਡ ਯੂਜ਼ਰ ਰਿਵਿਊ ਕਮੇਟੀ ਕੰਪਨੀਆਂ ਦੀ ਸੂਚੀ ਵਿੱਚ ਸੋਧ ਦੇ ਸੰਬੰਧ ਵਿੱਚ ਸਾਰੇ ਫੈਸਲੇ ਲੈਂਦੀ ਹੈ। ਇਸ ਸੂਚੀ ਵਿੱਚ ਕਿਸੇ ਇਕਾਈ ਨੂੰ ਜੋੜਨ ਲਈ ਕਮੇਟੀ ਨੂੰ ਬਹੁਮਤ ਵੋਟ ਦੀ ਜ਼ਰੂਰਤ ਹੁੰਦੀ ਹੈ ਅਤੇ ਇੱਕ ਨੂੰ ਹਟਾਉਣ ਲਈ ਸਰਬਸੰਮਤੀ ਨਾਲ ਵੋਟ ਦੀ ਜ਼ਰੂਰਤ ਹੁੰਦੀ ਹੈ। ਅਮਰੀਕੀ ਸਰਕਾਰ ਦਾ ਦੋਸ਼ ਹੈ ਕਿ 5 ਚੀਨੀ ਸੰਸਥਾਵਾਂ ਨੇ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਉਈਗਰ, ਕਜ਼ਾਖਾ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਦੁਰਵਿਵਹਾਰ ਕੀਤਾ, ਜਿਸ ਵਿੱਚ ਦਮਨ, ਸਮੂਹਕ ਮਨਮਾਨੀ ਹਿਰਾਸਤ, ਜਬਰਨ ਮਜ਼ਦੂਰੀ ਅਤੇ ਉੱਚ ਤਕਨੀਕੀ ਨਿਗਰਾਨੀ ਅਭਿਆਨ ਵਿੱਚ ਸ਼ਾਮਲ ਹੋਣਾ ਹੈ। ਪਾਬੰਦੀਸ਼ੁਦਾ ਕੀਤੀਆਂ ਗਈਆਂ 5 ਕੰਪਨੀਆਂ ਨੂੰ ਵਾਧੂ ਲਾਇਸੈਂਸ ਪ੍ਰਾਪਤ ਕਰਨੇ ਹੋਣਗੇ ਅਤੇ ਨਿਰਯਾਤ, ਮੁੜ ਨਿਰਯਾਤ ਅਤੇ ਟ੍ਰਾਂਸਫਰ ਲਈ ਜ਼ਿਆਦਾਤਰ ਲਾਇਸੈਂਸ ਅਪਵਾਦਾਂ ਦੀ ਸੀਮਤ ਉਪਲਬਧਤਾ ਹੋਵੇਗੀ। US ਹਾਊਸ ਡੈਮੋਕ੍ਰੇਟਸ ਨੇ 6 ਜਨਵਰੀ ਨੂੰ ਜਾਨਲੇਵਾ ਕੈਪੀਟਲ ਹਿੰਸਾ ਦੀ ਜਾਂਚ ਲਈ ਇੱਕ ਵਿਸ਼ੇਸ਼ ਕੌਂਸਲ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ। ਸਪੀਕਰ ਨੈਂਸੀ ਪੈਲੋਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਪੈਲੋਸੀ ਨੇ ਕੈਪੀਟਲ ਵਿੱਚ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਜੋ ਹੋਇਆ ਉਸ ਦੇ ਪਿੱਛੇ ਦੀ ਸੱਚਾਈ ਨੂੰ ਜਾਣੀਏ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੈਲੋਸੀ ਨੇ ਕਿਹਾ ਕਿ ਇਹ ਜਾਂਚ ਵਿਸਥਾਰ ਨਾਲ ਕੀਤੀ ਜਾਵੇਗੀ। ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈ। ਪੈਲੋਸੀ ਨੇ ਕਮੇਟੀ ਦੀ ਰਚਨਾ ਬਾਰੇ ਵੇਰਵਾ ਨਹੀਂ ਦਿੱਤਾ। ਇਹ ਵੀ ਨਹੀਂ ਦੱਸਿਆ ਕਿ ਇਸ ਟੀਮ ਦੀ ਅਗਵਾਈ ਕੌਣ ਕਰੇਗਾ। ਸੈਨੇਟ ਦੇ ਰਿਪਬਲਿਕਨਜ਼ ਨੇ ਪਿਛਲੇ ਮਹੀਨੇ ਜਾਂਚ ਲਈ 1911 ਕਮਿਸ਼ਨ ਦੇ ਆਧਾਰ ਤੇ ਇੱਕ ਸੁਤੰਤਰ ਪੈਨਲ ਸਥਾਪਿਤ ਕਰਨ ਲਈ ਕਾਨੂੰਨ ਨੂੰ ਸੀਮਿਤ ਕੀਤਾ ਸੀ। ਉਸ ਸਮੇਂ ਹਿੰਸਾ ਵਿੱਚ ਇੱਕ ਕੈਪੀਟਲ ਪੁਲਿਸ ਅਧਿਕਾਰੀ ਸਮੇਤ 5 ਲੋਕ ਮਾਰੇ ਗਏ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਕਾਂਗਰਸ ਨੂੰ ਰਾਸ਼ਟਰਪਤੀ ਜੋ ਬਾਈਡਨ ਦੀ ਚੋਣ ਜਿੱਤ ਤੋਂ ਪ੍ਰਮਾਣਿਤ ਕਰਨ ਤੋਂ ਰੋਕਣ ਲਈ ਰਾਜਧਾਨੀ ਵਿੱਚ ਦਾਖਲ ਹੋ ਗਈ ਸੀ। 400 ਤੋਂ ਵੱਧ ਲੋਕਾਂ ਨੂੰ ਕੈਪੀਟਲ ਹਮਲੇ ਨਾਲ ਜੁੜੇ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ। ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ ਦੀ ਤਾਇਨਾਤੀ ਸਮੇਂ ਹਜ਼ਾਰਾਂ ਅਫਗਾਨੀ ਲੋਕਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਸੀ, ਜਿਨ੍ਹਾਂ 'ਚ ਭਾਸ਼ਾ ਟਰਾਂਸਲੇਟਰਾਂ ਨੇ ਅਹਿਮ ਭੂਮਿਕਾ ਨਿਭਾਈ। ਪਰ ਹੁਣ ਬਾਈਡਨ ਪ੍ਰਸ਼ਾਸਨ ਵੱਲੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਹੁਕਮਾਂ ਕਰਕੇ ਉਹਨਾਂ ਅਫਗਾਨੀ ਲੋਕਾਂ ਲਈ ਵੱਡਾ ਖਤਰਾ ਪੈਦਾ ਹੋ ਗਿਆ। ਇਸ ਲਈ ਵਾਈਟ ਹਾਊਸ ਵੱਲੋਂ ਲਗਭਗ 18,000 ਅਫਗਾਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਨ੍ਹਾਂ ਨੇ ਅਮਰੀਕਾ ਲਈ ਭਾਸ਼ਾ ਟਰਾਂਸਲੇਟਰ ਵਜੋਂ ਕੰਮ ਕੀਤਾ ਸੀ। ਇਹ ਲੋਕ ਆਪਣੀ ਸੁਰੱਖਿਆ ਲਈ ਅਸਥਾਈ ਤੌਰ ਤੇ ਕਿਸੇ ਤੀਜੇ ਦੇਸ਼ ਜਾਂ ਪ੍ਰਦੇਸ਼ 'ਚ ਤਬਦੀਲ ਹੋਣ ਲਈ ਅਫਗਾਨਿਸਤਾਨ ਛੱਡ ਸਕਣਗੇ, ਕਿਉਂਕਿ ਤਾਲਿਬਾਨ ਨੇ ਅਮਰੀਕੀ ਫੌਜਾਂ ਦੀ ਪੜਾਅਵਾਰ ਵਾਪਸੀ ਦੌਰਾਨ ਹੋਰ ਜ਼ਿਲ੍ਹਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਤਾਲਿਬਾਨ ਦੇ ਹੱਥੋਂ ਇਹਨਾਂ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਅਤੇ ਸੈਂਕੜੇ ਪਹਿਲਾਂ ਹੀ ਮਾਰੇ ਜਾ ਚੁੱਕੇ। ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਅਫਗਾਨ ਨਾਗਰਿਕਾਂ ਨੂੰ ਦੂਜੇ ਦੇਸ਼ਾਂ 'ਚ ਮੁੜ ਵਸਾਉਣ ਦੀਆਂ ਯੋਜਨਾਵਾਂ ਬਾਰੇ ਰਾਸ਼ਟਰਪਤੀ ਬਾਈਡਨ ਨੇ ਵਾਅਦਾ ਕੀਤਾ ਹੈ ਕਿ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹਨਾਂ ਲੋਕਾਂ ਦੀ ਸਭ ਤੋਂ ਪਹਿਲਾਂ ਮੇਜ਼ਬਾਨੀ ਕਰਨ ਵਾਲੇ ਦੇਸ਼ ਦਾ ਨਾਂ ਅਜੇ ਸਪਸ਼ਟ ਹੈ, ਪਰ ਜੋ ਬਾਈਡਨ ਇਸ ਮੁੱਦੇ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਵਿਚਾਰ ਵਟਾਂਦਰਾ ਕਰਨਗੇ, ਜੋ ਸ਼ੁੱਕਰਵਾਰ ਤੋਂ ਵਾਈਟ ਹਾਊਸ ਦੇ ਦੌਰੇ ਤੇ ਹਨ। ਇਸ ਸਮੇਂ ਸਾਰੇ 18,000 ਅਫਗਾਨਾਂ ਨੇ ਪਨਾਹ ਪ੍ਰਾਪਤ ਕਰਨ ਲਈ 14 ਸਟੈਪਸ ਵਾਲੀ ਵਿਸ਼ੇਸ਼ ਇਮੀਗ੍ਰੇਸ਼ਨ ਵੀਜ਼ਾ ਅਰਜ਼ੀ ਪ੍ਰਕਿਰਿਆ ਪੂਰੀ ਨਹੀਂ ਕੀਤੀ। ਹੁਣ ਤੱਕ ਸਿਰਫ 9,000 ਦੇ ਲਗਭਗ ਅਰਜ਼ੀਆਂ ਆਰੰਭ ਹੋਈਆਂ ਹਨ। ਅਮਰੀਕਾ ਵਿੱਚ ਫੌਜੀ ਬਲਾਂ ਦੀ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਡਿਪਲੋਮੈਟਾਂ ਦੀ ਸੁਰੱਖਿਆ ਲਈ ਅਮਰੀਕਾ ਦੇ 650 ਫੌਜੀ ਮੌਜੂਦ ਰਹਿਣਗੇ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਫੌਜੀਆਂ ਦੀ ਵਾਪਸੀ ਦਾ ਕੰਮ ਅਗਲੇ 2 ਹਫ਼ਤਿਆਂ ਵਿੱਚ ਬਹੁਤ ਕੁਝ ਪੂਰਾ ਹੋ ਜਾਏਗਾ। ਇਸ ਤੋਂ ਇਲਾਵਾ
सैकड़े अमेरिकी फौजी सितंबर तक काबुल हवाई अड्डे ते मौजूद रहणगे, जिथे ਉਹ सुरक्षा प्रदान ਕਰਨ ਵਾਲੇ तुर्की बलों की मदद करनगे। ਇਹ फौजी ਇੱਥੇ अस्थाई तौर ਤੇ ਉਦੋਂ तक रहणगे ਜਦੋਂ तक कि तुर्की की अगवाई वाली रस्मी सुरक्षा मुहिम शुरू नहीं हो जाती। 4000 तो ज़्यादा अमेरिकी फौजियों विचों वड्डी गिणती विच फौजियों की वापसी का काम हाल के महीनों में तेजी नाल चलिया है, जिस दे लई राष्ट्रपति जो बाइडन ने 11 सितंबर की समां हद तय की है। कैनेडा के प्रधानमंत्री जस्टिन ट्रूडो ने शुक्रवार को कहा कि कैनेडा के लोग लंबे समय तक चली सरकार की उस नीति कारण डरे हुए हैं और शर्मिंदा हैं जिस तहत मूल निवासियों के बच्चों को ना बोर्डिंग स्कूलों में भेजा गया से, जिथे सैकड़े बेनामी कबरां पाईयां गईयां। मूल निवासियों के नेतावां ने इस हफ्ते कहा सी कि मैरीविड इंडियन रेजिडेंशियल स्कूल विच 600 तो ज़्यादा बच्चों दी लाशां दे अवशेष पाए गए हैं। सैस्कैचुआन सूबे विच स्थित स्कूल 1899 तो 1997 तक संचालित होया। पिछले महीने ब्रिटिश कोलंबिया विच अजिही ही स्कूल विच 215 बच्चों दी लाशां दे अवशेष पाए गए। मूल निवासियों के बच्चों को सरकारी ईसाई स्कूलों विच जाण लई मजबूर किया जाता सी। रोमन कैथोलिक मिशनरी वालों चलाए गए इन्हां स्कूलों में 19 शताब्दी के 1970 के दहाके तक 1,50,000 बच्चों को भेजा गया। सरकार ने मन्निया कि इन्हां स्कूलों में बच्चों नाल कुटमार अते जौन शोषण हुंदा सी, इत्थों तक कि जो बच्चे अपनी माँ बोली बोलते सन उन्हां नूं भी कुट्टिया जांदा सी। उस काल खंड विच हज़ारां बच्चों की बीमारी अते होर कारणों नाल मौत हो गई। ट्रूडो ने कहा वो एक दर्दनाक सरकारी नीति सी जो कई दहाकियां तक कैनेडा की सच्चाई अते अज कैनेडा दे लोग इस तो डरे हुए हैं अते शर्मिंदा हैं कि साडे देश विच अजिहा हुंदा सी। अमेरिका विच इस समय तकरीबन सारियां मौतां उन्हां लोकां दीयां हो रहीआं हन जिन्हां ने कोविड-19 तो बचाव लई टीका नहीं लगवाया। एपी वालों सरकारी अंकड़ियां दे विश्लेषण तो यह स्पष्ट होया है कि कोविड-19 वैक्सीन लगवा चुके लोगों की मौत दर बहुत घट है ते वो बीमार भी नहीं हो रहे। विश्लेषण अनुसार हस्पताल विच दाखिल हुए 8,53,000 लोगों विचों वैक्सीन लगवा चुके मरीजों की गिनती महज 1200 है, जो केवल 0.1% बनती है। इस तरह कोरोना कारण मरे 18,000 तो वध लोगों विचों पूरी तरह टीकाकरण करवा चुके लोगों की गिनती 150 है, जो कुल मौतों का 0.8% है। ये अंकड़े सेंटर्स फॉर डिसीज़ कंट्रोल वालों 45 राज्यों में इकट्ठे किए गए। इस विश्लेषण तो एक गल साफ हुई है कि कोविड वैक्सीन मौतों ते बीमारी नूं रोकण विच सफलतापूर्वक काम कर रही है। CDC के डायरैक्टर डॉक्टर रेचोल वालनेस्की ने कहा कि टीकाकरण बीमारी ते मौतों नूं रोकण लई तकरीबन 100% कारगर है। पंजाब के मुख्य मंत्री कैप्टन अमरिंदर सिंह ने सड़कों ते उतरे किसानों के गुस्से नूं देखदिआं पावरकॉम नूं हदायत की कि पंजाब के किसानों नूं खेती लई 8 घंटे निर्विघन बिजली सप्लाई दी जाए। मुख्य मंत्री ने बिजली की कमी पूरी करने लई किसी भी कीमत उत्ते सूबे तो बाहर बिजली खरीदण के आदेश दिते। चेते रहे कि पंजाब के किसान झोने की लवाई लई बिजली संकट लई कई दिनों तो जूझ रहे ने, पर कांग्रेस सरकार अपने अंदरूनी कलेश विच उलझी हुई सी। किसानों वालों पिछले 2 दिनों तो ग्रिडां दा घिराव किया जा रहा सी, जदों कि किसानों ने खेती सैक्टर नूं मिलदी बिजली सप्लाई के असल सच नूं नंगा कर दिता तां मुख्य मंत्री ने इस विच दखल दिता। उन्होंने बिजली विभाग और पावरकॉम के अधिकारियों नाल मीटिंग की। मुख्य मंत्री ने उच्च पद्धरी मीटिंग दौरान वित्त विभाग नूं हदायत की कि पावरकॉम नूं 500 करोड़ रुपए जारी किए जाण तां जो महामारी कारण पैदा हुए वित्ती संकट नाल नजिठिया जा सके। मीटिंग विच वित्त मंत्री मनप्रीत सिंह बादल ने बिना किसी देरी तो फंड जारी करने का भरोसा दिता। पावरकॉम के अधिकारियों ने कहा कि महामारी के संकट दौरान बीते 1 साल विच खपत अते मालीए की उगराही विच कमी आउण करके कई वित्ती संकटां का सामना करना पै रहा है। मुख्य मंत्री ने फसलों की बजाय किसानों नूं 8 घंटे सप्लाई जारी रखने लई अपनी सरकार की वचनबद्धता जाहिर की। उन्होंने पावरकॉम नूं बिजली की कमी पूरी करने लई लोड़ पैण उत्ते सूबे तो बाहर किसी भी कीमत उत्ते बिजली खरीदण दे हुक्म भी दिते। जिला गुरदासपुर के बटाला दे विच भाजपा के पंजाब वाइस प्रधान नरेंद्र परमार पहुंचे, लेकिन इस दौरान किसानों को पता चल गया तो किसानों ने भाजपा दफ्तर के बाहर आके नारेबाजी करनी शुरू कर दी। इस दौरान किसानों ने भाजपा के खिलाफ जम के नारेबाजी की। भाजपा दफ्तर के अंदर जिला भाजपा प्रधान राकेश भाटिया, हीरा वालिया समेत कई भाजपा के वर्कर मौजूद सन। भाजपा अपने दफ्तर में एमरजेंसी नूं लैके काला दिवस मना रहे हैं, लेकिन इस दौरान किसानों नूं भाजपा की मीटिंग बारे पता चल गया तो किसान इकट्ठे हो गए और भाजपा दफ्तर नूं घेर लिया। इस दौरान किसानों ने भाजपा के खिलाफ जम के नारेबाजी की। किसानों का कहना सी कि जदों तक तीनों खेती कानून रद्द नहीं होंदे उदों तक भाजपा के हर 1 लीटर का
ਵਿਰੋਧ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੀ ਭਾਜਪਾ ਦਾ ਕੋਈ ਲੀਡਰ ਪਿੰਡ ਅਤੇ ਸ਼ਹਿਰ ਵਿੱਚ ਕੋਈ ਪ੍ਰੋਗਰਾਮ ਕਰੇਗਾ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਪਣੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਭਾਜਪਾ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਲੇਕਿਨ ਕੇਂਦਰ ਦੀ ਮੋਦੀ ਸਰਕਾਰ ਆਪਣੀ ਜਿੱਤ ਤੇ ਅੜੀ ਹੋਈ ਹੈ। ਲੇਕਿਨ ਜਦੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਵੀ ਆਪਣੀ ਜਿੱਤ ਤੇ ਅੜੇ ਰਹਿਣਗੇ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।